ਦੋਸਤੋ ਅਮਰੀਕਾ ਦੇ ਵਿੱਚ ਨਵਾਂ ਇਮੀਗ੍ਰੈਂਟ ਜਾਂ ਪੁਰਾਣਾ ਇਮੀਗ੍ਰੈਂਟ ਆਪਣਾ ਮਕਾਨ ਕਿਸ ਨਾਲ ਖਰੀਦ ਸਕਦਾ ਹੈ। ਇਹਦਾ ਪੂਰਾ ਪ੍ਰੋਸੈਸ ਅੱਜ ਮੈਂ ਤੁਹਾਨੂੰ ਦੱਸਾਂਗਾ। ਕੁਝ ਤੁਹਾਨੂੰ ਖੁਫੀਆ ਟਿਪਸ ਵੀ ਦਿਆਂਗਾ ਔਰ ਨਵੇਂ ਇਮੀਗ੍ਰੈਂਟ ਦੀ ਉਹ ਗਲਤੀ ਵੀ ਦੱਸਾਂਗਾ ਜਿਹਦੀ ਵਜ੍ਹਾ ਦੇ ਨਾਲ ਉਹਦਾ ਮਕਾਨ ਖਰੀਦਣ ਦਾ ਜਿਹੜਾ ਖਾਬ ਹੈ ਜਾਂ ਤੇ ਅਧੂਰਾ ਰਹਿ ਜਾਂਦਾ ਜਾਂ ਬੜੀ ਦੇਰ ਬਾਅਦ ਪੂਰਾ ਹੁੰਦਾ ਹੈ। ਵੀਡੀਓ ਨੂੰ ਆਖਰ ਤੱਕ ਦੇਖਣਾ ਔਰ ਪਲੀਜ਼ ਇਸ ਚੈਨਲ ਨੂੰ ਫਾਲੋ ਕਰ ਲਓ। ਇਹ ਪੰਜਾਬੀ ਚੈਨਲ ਹੈ, ਵਿਊਜ਼ ਬਹੁਤ ਆ ਰਹੇ ਨੇ, ਫਾਲੋ ਕੋਈ ਨਹੀਂ ਆ ਰਿਹਾ। ਪਲੀਜ਼ ਫਾਲੋ ਵੀ ਕਰ ਲਓ। ਆਨੇ ਆਪਣੇ ਮੌਜੂਦ ਦੀ ਤਰਫ। ਪਹਿਲੇ ਬੁਨਿਆਦੀ ਗੱਲ ਤੁਹਾਨੂੰ ਇੱਕ ਸਮਝਾ ਦਾਂ। ਅਮਰੀਕਾ ਦੇ ਵਿੱਚ ਮੈਕਸਿਮਮ ਜ਼ਿਆਦਾ ਤੋਂ ਜ਼ਿਆਦਾ 33% ਲੋਕ ਨੇ ਜਿਹੜੇ ਕੈਸ਼ ਦੇ ਉੱਤੇ ਕਾਰ ਖਰੀਦਦੇ ਨੇ। 67% ਲੋਕ ਜਿਹੜੇ ਨੇ ਉਹ ਮੋਰਗੇਜ ਦੇ ਥਰੂ ਯਾਨੀ ਕਿ ਬੈਂਕ ਦੇ ਥਰੂ ਕਾਰ ਖਰੀਦਦੇ ਨੇ। ਜਿਹੜੇ 33% ਕੈਸ਼ ਖਰੀਦ ਰਹੇ ਨੇ ਨਾ, ਉਹਨਾਂ ਦੇ ਵਿੱਚ ਵੀ ਸਭ ਤੋਂ ਪਹਿਲੇ ਨੰਬਰ ਤੇ ਉਹ ਲੋਕ ਨੇ ਜਿਨ੍ਹਾਂ ਕੋਲ ਆਲਰੇਡੀ ਘਰ ਨੇ, ਇਕੁਇਟੀ ਬਣ ਗਈ ਜਾਂ ਪੇਡ ਆਫ ਨੇ, ਉਹ ਵੇਚਦੇ ਨੇ ਔਰ ਦੂਸਰਾ ਘਰ ਲੈ ਲੈਂਦੇ ਨੇ, ਛੋਟਾ ਲੈ ਲੈਂਦੇ ਨੇ ਜਾਂ ਉਸ ਤੋਂ ਵੱਡਾ ਲੈ ਲੈਂਦੇ ਨੇ, ਜੋ ਵੀ ਉਹਨਾਂ ਦੀ ਬਜਟ ਹੁੰਦਾ। ਇੱਕ ਤੇ ਉਹ ਕੈਸ਼ ਵਾਲੇ ਹੋ ਗਏ। ਦੂਸਰੇ ਕੈਸ਼ ਵਾਲੇ ਉਹ ਲੋਕ ਨੇ ਜਿਹੜੇ ਇਨਵੈਸਟਰ ਨੇ, ਜਿਹੜੇ ਜੇ ਆਪਣਾ ਛੋਟਾ ਮੋਟਾ ਮਕਾਨ ਲਿਆ, ਉਹਨੂੰ ਠੀਕ ਕੀਤਾ, ਵੇਚਦਾ। ਤੀਸਰੇ ਅਮੀਰ ਲੋਕ ਨੇ, ਉਹ ਤੇ ਪੂਰੀ ਦੁਨੀਆ 'ਚ ਨੇ, ਉਹ ਤੇ ਲੈਂਦੇ ਹੀ ਕੈਸ਼ ਤੇ ਨੇ, ਉਹਨਾਂ ਨਾਲ ਤੇ ਕੋਈ ਮੁਕਾਬਲਾ ਨਹੀਂ। ਚੌਥੇ ਉਹ ਲੋਕ ਨੇ ਜਿਹੜੇ ਮੋਰਗੇਜ ਨੂੰ, ਇੰਟਰਸਟ ਨੂੰ ਪਸੰਦ ਨਹੀਂ ਕਰਦੇ। ਉਹ ਕਹਿੰਦੇ ਨਹੀਂ ਯਾਰ, ਅਸੀਂ ਕਿਰਾਏ ਤੇ ਰਹਿ ਲਾਂਗੇ ਜਾਂ ਪੈਸੇ ਇਕੱਠੇ ਕਰਾਂਗੇ ਔਰ ਕੈਸ਼ ਲਾਂਗੇ। ਇਹ 4 ਕਿਸਮ ਦੇ ਲੋਕ ਨੇ ਜਿਹੜੇ ਕੈਸ਼ ਤੇ ਖਰੀਦਦੇ ਨੇ। ਔਰ ਇਹਦੇ ਵਿੱਚ ਗੱਲ ਤੁਹਾਨੂੰ ਮੈਂ ਦੱਸਦਾ ਕਿ ਜਿਹੜਾ ਪਹਿਲਾ ਘਰ ਹੈ, ਪ੍ਰਾਇਮਰੀ ਘਰ ਜਿਹੜਾ ਹੁੰਦਾ, ਯਾਨੀ ਕਿ ਜਿਹਦੇ ਤੁਸੀਂ ਰਹਿਣਾ, ਉਹ ਕੈਸ਼ ਤੇ ਖਰੀਦਣ ਵਾਲਿਆਂ ਦੀ ਰੇਸ਼ੋ ਜਿਹੜੀ ਹੈ ਉਹ ਸਿਰਫ 18% ਹੈ। ਯਾਨੀ ਪਹਿਲਾ ਘਰ 82% ਲੋਕ ਅਮਰੀਕਾ ਦੇ ਵਿੱਚ ਥਰੂ ਬੈਂਕ ਖਰੀਦਦੇ ਨੇ, ਮੋਰਗੇਜ ਖਰੀਦਦੇ ਨੇ। ਇਹ ਜਿਹੜੇ ਮੈਂ ਫਿਗਰ ਦੱਸ ਰਿਹਾ ਉੱਤੇ ਥੱਲੇ ਹੋ ਸਕਦੇ ਨੇ, ਲੇਕਿਨ ਅਰਾਊਂਡ ਇਹੀ ਸਾਰੀ ਕੈਲਕੂਲੇਸ਼ਨ ਹੈ। ਹੁਣ ਆ ਜਾਂਦੇ ਜੀ ਮੋਰਗੇਜ ਪ੍ਰੋਸੈਸ। ਦੇਖੋ ਜੀ, ਮੋਰਗੇਜ ਕੀ ਹੈ? ਮੋਰਗੇਜ ਜਦੋਂ ਤੁਸੀਂ ਬੈਂਕ ਕੋਲ ਜਾਂਦੇ ਹੋ ਨਾ, ਬੈਂਕ ਨੂੰ ਕਹਿੰਦੇ ਯਾਰ ਮੈਨੂੰ ਮਕਾਨ ਖਰੀਦਣਾ ਤੇ ਮੈਨੂੰ ਪੈਸੇ ਦੇ। ਬੈਂਕ ਤੁਹਾਡੀਆਂ 3 ਚੀਜ਼ਾਂ ਚੈੱਕ ਕਰਦਾ ਹੈ। ਪਹਿਲੇ ਉਹ ਤੁਹਾਡਾ ਕ੍ਰੈਡਿਟ ਚੈੱਕ ਕਰਦਾ, ਦੂਜੀ ਤੁਹਾਡੀ ਇਨਕਮ ਚੈੱਕ ਕਰਦਾ, ਤੀਸਰਾ ਤੁਹਾਡੇ ਤੇ ਕਰਜ਼ਾ ਚੈੱਕ ਕਰਦਾ। ਕ੍ਰੈਡਿਟ ਦੇ ਵਿੱਚੋਂ ਤੁਹਾਡਾ ਕੀ ਚੈੱਕ ਕਰਦਾ ਕਿ ਇਹਨੇ ਕੋਈ ਪੇਮੈਂਟ ਲੇਟ ਤੇ ਨਹੀਂ ਕੀਤੀ, ਕੋਈ ਇਹਦੇ ਉੱਤੇ ਕੋਈ ਅਸਨਾ ਕੋਈ ਹੋਰ ਆਪਣੀ ਬੈਂਕਰਪਸੀ ਫਾਈਲ ਤੇ ਨਾ ਕੀਤੀ ਹੋਵੇ, ਇਹਨੇ ਕ੍ਰੈਡਿਟ ਦੇ ਵਿੱਚ ਕੋਈ ਖਰਾਬੀ ਤੇ ਨਹੀਂ ਕੀਤੀ, ਮਸਲਨ ਕਿ ਪੇਮੈਂਟਾਂ ਲੇਟ ਤੇ ਨਹੀਂ ਕੀਤੀਆਂ। ਕ੍ਰੈਡਿਟ ਦੀ ਉਮਰ ਕਿੰਨੀ ਹੈ? ਹੁਣ ਕ੍ਰੈਡਿਟ ਦੀ ਉਮਰ ਬੜੀ ਇੰਪੋਰਟੈਂਟ ਚੀਜ਼ ਹੈ। ਦੇਖੋ, ਅਗਰ ਤਾਂ ਤੁਹਾਡੀ ਸਟੇਬਲ ਜੌਬ ਹੈ ਨਾ, ਡਾਕਟਰ ਹੋ, ਇੰਜੀਨੀਅਰ ਹੋ, ਪ੍ਰੋਫੈਸਰ ਹੋ, ਨਰਸ ਹੋ, ਫਿਜ਼ੀਓਥੈਰੇਪਿਸਟ ਹੋ, ਯਾਨੀ ਕਿ ਇਸ ਤਰ੍ਹਾਂ ਦੀ ਮਿਸਾਲ ਦੇ ਰਿਹਾ ਮੈਂ, ਕੋਈ ਸਟੇਬਲ ਜੌਬ, ਅੱਛੀ ਜੌਬ ਜਿਹਦੀ ਬਹੁਤ ਜ਼ਿਆਦਾ ਡਿਮਾਂਡ ਹੈ, ਫਿਰ ਇਹ ਚੀਜ਼ਾਂ ਮੈਟਰ ਨਹੀਂ ਕਰਦੀਆਂ। ਫਿਰ ਜਨਾਬੇ ਵਾਲਾ ਬੈਂਕ ਤੁਹਾਡੇ ਪਿੱਛੇ ਹੁੰਦਾ ਕਿ ਪਲੀਜ਼ ਸਾਡੇ ਕੋਲ ਪੈਸੇ ਲਓ। ਪਤਾ ਗਿਆ ਤੇ ਜੌਬ ਇਹਨਾਂ ਦੀ ਜੌਬ ਤੇ ਕਦੀ ਖਤਮ ਹੀ ਨਹੀਂ ਹੋ ਸਕਦੀ। ਇੱਕ ਛੱਡਣਗੇ ਦੂਜੀ ਫੜ ਲੈਣਗੇ, ਕਿਉਂਕਿ ਇਹਨਾਂ ਦੀ ਡਿਮਾਂਡ ਬਹੁਤ ਜ਼ਿਆਦਾ ਹੈਗੀ ਹੈ। ਤੇ ਉਹ ਫਿਰ ਤੁਹਾਡੀ ਏਜ ਜਿਹੜੀ ਹੈ ਨਾ ਤੁਹਾਡੇ ਕ੍ਰੈਡਿਟ ਦੀ, ਉਹ ਇੰਨੀ ਮੈਟਰ ਨਹੀਂ ਕਰਦੀ। ਉਹ ਸਾਲ ਦਾ ਵੀ ਪੁਰਾਣਾ ਕ੍ਰੈਡਿਟ ਹੋਵੇ ਨਾ, ਤਾਂ ਫਿਰ ਵੀ ਤੁਹਾਨੂੰ ਕਰਾ ਕੇ ਦੇ ਦਿੰਦੇ ਨੇ। ਲੇਕਿਨ ਜਿਹੜੀ ਉਹਨਾਂ ਦੀ ਡਿਮਾਂਡ ਹੁੰਦੀ ਹੈ ਉਹ ਕਮ ਸੇ ਕਮ 2 ਸਾਲ ਹੁੰਦੀ, ਔਰ 2 ਸਾਲ ਦੀਆਂ ਹੀ ਟੈਕਸ ਰਿਟਰਨਾਂ ਤੁਹਾਡੇ ਕੋਲ ਲੈਂਦੇ ਨੇ। ਸੋ ਤੁਸੀਂ 2 ਸਾਲ ਹੀ ਆਪਣੇ ਜ਼ੇਨ 'ਚ ਰੱਖਣੇ ਨੇ। ਹੁਣ ਆ ਗਿਆ ਨਵਾਂ ਬੰਦਾ। ਨਵੇਂ ਬੰਦੇ ਨੂੰ 2 ਸਾਲ ਦੇ ਵਿੱਚ ਵੀ ਮਿਲਦਾ, ਬਿਲਕੁਲ ਮਕਾਨ ਮਿਲਦਾ, ਮੋਰਗੇਜ ਮਿਲਦੀ ਹੈ, ਲੇਕਿਨ ਉਹੀ ਡਿਪੈਂਡ ਕਰਦਾ ਕਿ ਉਹਦੀ ਏਜ, ਉਹਦੀ ਜਿਹੜੀ ਹੈਗੀ ਹੈ ਸਟੇਬਿਲਿਟੀ ਕੀ ਹੈ, ਉਹਦੀ ਜੌਬ ਕੀ ਹੈ, ਕਿੰਨੀ ਉਹਦੀ ਇਨਕਮ ਹੈ, ਉਸ ਹਿਸਾਬ ਦੇ ਨਾਲ। ਅਗਰ ਉਹਦੀ ਜੌਬ ਬਹੁਤ ਅੱਛੀ ਹੈ, ਜਿਸ ਤਰ੍ਹਾਂ ਮੈਂ ਦੱਸੀਆਂ ਨੇ, ਫਿਰ ਨਵੇਂ ਬੰਦੇ ਨੂੰ ਵੀ ਦੇ ਦਿੰਦੇ ਨੇ 2 ਸਾਲ 'ਚ। ਨਹੀਂ ਤੇ ਉਹ ਦੇਖਦੇ ਨੇ ਕਿ ਜ਼ਰਾ ਥੋੜਾ ਕ੍ਰੈਡਿਟ ਦੀ ਏਜ ਵਧੇ, ਕੋਈ 4, 5, 6, 7 ਸਾਲ ਪੁਰਾਣਾ ਹੋਵੇ। ਉਹਦੇ 'ਚ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਸੈਲਫ ਇੰਪਲਾਇਡ ਨੂੰ। ਸੈਲਫ ਇੰਪਲਾਇਡ ਕਿਉਂਕਿ ਜਿਹੜੇ ਜ਼ਿਆਦਾ ਉਬਰ ਚਲਾਉਂਦੇ ਨੇ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਵੀ ਕੰਮ ਕਰਦੇ ਨੇ, ਜਿਹੜੇ ਆਪਣਾ ਕੰਮ ਹੈ, ਉਹਦੇ ਵਿੱਚ ਜਿਹੜਾ ਨਾ ਉਹਨਾਂ ਦੀ ਬਹੁਤ ਜ਼ਿਆਦਾ ਡਾਕੂਮੈਂਟਸ ਵੀ ਦੇਖੇ ਜਾਂਦੇ ਨੇ, ਪਲੱਸ ਉਹਨਾਂ ਦੀ ਕ੍ਰੈਡਿਟ ਦੀ ਏਜ ਵੀ ਦੇਖੀ ਜਾਂਦੀ। ਹੁਣ ਇਹ ਜਿਹੜੇ ਸੈਲਫ ਇੰਪਲਾਇਡ ਨੇ, ਇਹਦੇ ਵਿੱਚ ਹੁਣ ਹੋਟਲਾਂ ਦੇ ਮਾਲਕ, 7-11 ਦੇ ਮਾਲਕ ਜਾਂ ਗੈਸ ਸਟੇਸ਼ਨ ਦੇ ਮਾਲਕ, ਇਹ ਸ਼ਾਮਲ ਨਹੀਂ, ਕਿਉਂਕਿ ਉਹਨਾਂ ਦਾ ਤਾਂ ਕ੍ਰੈਡਿਟ ਆਲਰੇਡੀ ਅੱਛਾ ਹੈ ਤੇ ਤਾਂ ਹੀ ਉਹਨਾਂ ਕੋਲ ਐਡੇ ਵੱਡੇ ਬਿਜ਼ਨਸ ਨੇ, ਰਾਈਟ। ਤੇ ਜਿਹੜੇ ਇਹ ਸਾਡੇ ਵਰਗੇ ਹੁੰਦੇ ਨੇ, ਇਹਨਾਂ ਦਾ ਫਿਰ ਬਹੁਤ ਜ਼ਿਆਦਾ ਦੇਖਦੇ ਨੇ। ਜਾਂ ਉਹ ਲੋਕ ਜਿਹੜੇ ਸਟੋਰ ਤੇ ਕੰਮ ਕਰਦੇ ਨੇ, 7-11 ਤੇ ਕੰਮ ਕਰਦੇ ਨੇ, ਵੇਅਰ ਹਾਊਸ 'ਚ ਕੰਮ ਕਰਦੇ, ਐਮਾਜ਼ੋਨ 'ਚ ਕਰਦੇ, ਉਹਨਾਂ ਦਾ ਵੀ ਕ੍ਰੈਡਿਟ ਦੀ ਲਾਈਫ ਦੇਖੀ ਜਾਂਦੀ, ਕਿੰਨੀ ਪੁਰਾਣੀ ਲਾਈਫ ਹੈ। ਜਿਹੜੀਆਂ ਤੁਹਾਡੇ ਕੋਲ ਟੈਕਸ ਰਿਟਰਨਾਂ ਨੇ, ਉਹ ਉਹਨਾਂ ਨੇ ਆਖਰੀ 2 ਸਾਲ ਦੀਆਂ ਲੈਣੀਆਂ ਨੇ। ਤੁਸੀਂ ਕਿੰਨਾ ਟੈਕਸ ਪੇ ਕੀਤਾ, ਕਿੰਨੀ ਤੁਹਾਡੀ ਇਨਕਮ ਹੈ। ਹੁਣ ਅਗਲੇ 2 ਪੁਆਇੰਟ ਨੇ ਇਨਕਮ ਤੇ ਖਰਚਾ। ਇਹ ਦੋਵੇਂ ਇੱਕ ਦੂਜੇ ਨਾਲ ਮਿਲੇ ਨੇ। ਇੱਕ ਉਹਨੇ ਤੁਹਾਡੀ ਇਨਕਮ ਦੇਖਣੀ ਹੈ, ਉਸ ਤੋਂ ਬਾਅਦ ਦੇਖਣਾ ਕਿ ਤੁਹਾਡੇ ਤੇ ਕਰਜ਼ਾ ਕਿੰਨਾ ਹੈ। ਕਰਜ਼ੇ ਦੇ ਵਿੱਚ ਤੁਹਾਡਾ ਕੀ ਸ਼ਾਮਲ ਹੈ ਜੀ? ਤੁਹਾਡੀਆਂ ਗੱਡੀਆਂ ਦੀਆਂ ਪੇਮੈਂਟਾਂ, ਤੁਹਾਡੇ ਕ੍ਰੈਡਿਟ ਕਾਰਡ ਦੀਆਂ ਪੇਮੈਂਟਾਂ, ਤੁਹਾਡਾ ਪਰਸਨਲ ਲੋਨ ਤੇ ਨਹੀਂ ਕੋਈ ਹੈਗਾ, ਕੋਈ ਤੁਸੀਂ ਫਰਨੀਚਰ ਤੇ ਨਹੀਂ ਕਰ ਲਿਆ, ਜਾਂ ਕੋਈ ਹੋਰ ਜੋ ਵੀ ਚੀਜ਼ਾਂ ਤੁਸੀਂ ਯਾਨੀ ਕਿ ਕਾਰਡ ਤੇ ਜਾਂ ਕਰਜ਼ਾ ਲਿਆ, ਉਹ ਨਹੀਂ ਦੇਖਣੀ। ਹੁਣ ਮਿਸਾਲ ਦੇ ਤੌਰ ਤੇ ਤੁਹਾਡੀ ਆਮਦਨੀ ਹੈ 5000, ਕਰਜ਼ਾ ਤੁਹਾਡੇ ਤੇ 3000 ਹੈ, ਰੈੱਡ ਫਲੈਗ। ਉਹ ਕਹੇਗਾ ਯਾਰ ਇਹਦਾ ਤਾਂ ਅੱਗੇ ਬੜਾ ਕਰਜ਼ਾ ਹੈ, 5000 ਹੈ ਕਮਾਉਂਦਾ, 3000 ਹੈ ਬੈਂਕਾਂ ਨੂੰ ਪਹਿਲਾਂ ਹੀ ਦੇ ਰਿਹਾ, ਤੇ ਇਹਨੇ ਮੋਰਗੇਜ ਕੀ ਕਰਨੀ ਹੈ? ਇਹਨੇ ਇਹ ਤੇ ਖਾਣਾ ਪੀਣਾ ਵੀ, ਹੋਰ ਵੀ ਇਹਦੇ ਮਸਲੇ ਨੇ। ਉਹਨਾਂ ਨੇ ਕੋਈ ਲਿਮਟ ਤੇ ਨਹੀਂ ਰੱਖੀ, ਪਰਸੈਂਟੇਜ ਤੇ ਨਹੀਂ ਰੱਖੀ, ਲੇਕਿਨ ਅਗਰ 36% ਤੁਹਾਡੀ ਟੋਟਲ ਆਮਦਨੀ ਦਾ 36% ਹੋਵੇ ਤੁਹਾਡਾ ਖਰਚਾ ਕਰਜ਼ਾ, ਤੇ ਉਹ ਬੜਾ ਅੱਛਾ ਹੈ।
50 ਤੇ ਵੀ ਚਲੇ ਜਾਂਦੇ ਨੇ, ਡਿਪੈਂਡ ਕਰਦਾ ਹੈ, ਤੁਹਾਡੀ ਇਨਕਮ ਤੇ ਵੀ ਡਿਪੈਂਡ ਕਰਦਾ ਹੈ। ਲੇਕਿਨ ਜਿੰਨਾ ਘੱਟ ਤੁਹਾਡੇ ਤੇ ਕਰਜ਼ਾ ਹੋਏਗਾ ਔਰ ਆਮਦਨੀ ਜ਼ਿਆਦਾ ਹੋਏਗੀ, ਉਨੀ ਹੀ ਤੁਹਾਨੂੰ ਅੱਛੀ ਮੌਰਗੇਜ ਮਿਲੇਗੀ। ਹੁਣ ਇਹਦੇ ਵਿੱਚ ਯਾਦ ਰੱਖੋ, ਹੁਣ ਮੈਂ ਇਹਦੇ 'ਚ ਇੱਕ ਅਗਲਾ ਸਟੈਪ ਤੁਹਾਨੂੰ ਦੱਸ ਦਿੰਦਾ। ਕੀ ਹੁੰਦਾ ਕਿ ਤੁਹਾਡਾ ਕਈ ਵਾਰੀ ਜਿਹੜਾ ਕ੍ਰੈਡਿਟ ਹੁੰਦਾ ਡੈਮੇਜ ਹੁੰਦਾ। ਅੱਛਾ, ਹੁਣ ਇੱਕ ਗੱਲ ਯਾਦ ਰੱਖਣਾ ਕਿ ਸਾਡਾ ਟੋਟਲ ਜਿਹੜਾ ਹੁੰਦਾ ਨਾ ਫੋਕਸ, ਉਹ ਪੁਆਇੰਟ ਤੇ ਹੁੰਦਾ। ਉਹ ਯਾਰ ਮੇਰੇ ਇੰਨੇ ਪੁਆਇੰਟ ਨੇ, ਮੇਰਾ ਕ੍ਰੈਡਿਟ ਪੁਆਇੰਟ 600 ਨੇ, 700 ਨੇ, 600 ਪਲੱਸ ਤੇ ਤੁਹਾਨੂੰ ਚਾਹੀਦੇ ਹੀ ਚਾਹੀਦੇ ਨੇ। ਯਾਦ ਰੱਖਣਾ 650, 670, 80 ਬਹੁਤ ਅੱਛਾ ਕ੍ਰੈਡਿਟ ਪੁਆਇੰਟ ਹੈਗੇ ਨੇ। ਲੇਕਿਨ ਉਹ ਸਿਰਫ ਇਹ ਚੀਜ਼ਾਂ ਨਹੀਂ ਦੇਖਦੇ, ਉਹ ਨਾਲ ਇਨਕਮ ਪਲੱਸ ਕਰਜ਼ੇ ਵੀ ਦੇਖਦੇ ਨੇ। ਇਸ ਵਾਸਤੇ ਤੁਸੀਂ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਫੋਕਸ ਕਰਨਾ ਹੈ। ਬੈਂਕ ਜਿਹੜਾ ਨਾ, ਬੈਂਕ ਬਹੁਤ ਸਟ੍ਰਿਕਟ ਹੁੰਦਾ ਹੈ। ਬੈਂਕ ਬਹੁਤ ਸਾਰੀਆਂ ਚੀਜ਼ਾਂ ਨੂੰ ਦੇਖਦਾ ਹੈ। ਉਹ ਤੁਹਾਨੂੰ ਬਹੁਤ ਜ਼ਿਆਦਾ ਡਾਕੂਮੈਂਟੇਸ਼ਨ ਮੰਗਦਾ ਔਰ ਅਕਸਰ ਰਿਫਿਊਜ਼ ਕਰ ਦਿੰਦਾ। ਮੇਰਾ ਵੀ ਰਿਫਿਊਜ਼ ਹੋ ਚੁੱਕਿਆ। ਇਸ ਵਾਸਤੇ ਮੈਂ ਤੁਹਾਨੂੰ ਦੱਸ ਰਿਹਾ ਕਿ ਮੈਂ ਆਪਣਾ ਪਰਸਨਲ ਸਟੋਰੀ ਤੁਹਾਨੂੰ ਨਾਲ ਨਾਲ ਸੁਣਾ ਰਿਹਾ ਵਾਂ। ਉਹਦੇ 'ਚ ਕੀ ਹੁੰਦਾ ਜਨਾਬ ਕਿ ਅਗਰ ਤੁਹਾਡਾ ਬੈਂਕ ਰਿਫਿਊਜ਼ ਕਰ ਦਿੰਦਾ, ਕਿਉਂਕਿ ਹੁੰਦਾ ਨਾ ਕਿ ਮੈਂ ਕਿਉਂਕਿ ਸੈਲਫ ਇੰਪਲਾਇਡ ਸੀ, ਸੈਲਫ ਇੰਪਲਾਇਡ ਵਾਸਤੇ ਸਖਤੀ ਬਹੁਤ ਜ਼ਿਆਦਾ ਹੈ। ਦੂਸਰੀ ਪਲੱਸ ਹੈਗੀ ਸੀ ਕਿ ਜਿਹੜਾ ਨਾ ਤੁਹਾਨੂੰ ਆਪਣਾ ਤੁਹਾਡੀ ਉਹਦੀ ਏਜ, ਤੁਹਾਡੇ ਕ੍ਰੈਡਿਟ ਦੀ, ਨਵਾਂ ਜਿਹੜਾ ਇਮੀਗ੍ਰੈਂਟ ਹੁੰਦਾ ਉਹਨੂੰ ਵਿਚਾਰੇ ਨੂੰ ਤਾਂ ਪਤਾ ਹੀ ਨਹੀਂ ਹੁੰਦਾ, ਉਹਨੂੰ ਤਾਂ ਪਤਾ ਹੀ ਨਹੀਂ ਕ੍ਰੈਡਿਟ ਕਿਸ ਤਰ੍ਹਾਂ ਬਣਾਉਣਾ ਹੈ, ਮੋਰਗੇਜ ਨੂੰ ਕਿਸ ਤਰ੍ਹਾਂ ਫੋਕਸ ਕਰਨਾ ਹੈ। ਇਸ ਵਾਸਤੇ ਮੈਂ ਵੀਡੀਓ ਬਣਾ ਰਿਹਾ ਵਾਂ। ਉਹਨੂੰ ਦੱਸਣ ਵਾਲੇ ਵੀ ਕੋਈ ਨਹੀਂ ਹੁੰਦਾ। ਇਸ ਵਾਸਤੇ ਮੈਨੂੰ ਵੀ ਕੋਈ ਦੱਸਣ ਵਾਲਾ ਨਹੀਂ। 7 ਸਾਲ ਦੇ ਮੈਨੂੰ ਲੱਗੇ ਸਮਝਣ ਦੇ ਵਿੱਚ ਗੱਲ। 7 ਸਾਲ ਬਾਅਦ ਜਾ ਕੇ ਮੈਂ ਕੰਮ ਸ਼ੁਰੂ ਕੀਤਾ। ਤੁਹਾਨੂੰ ਮੈਂ ਅੱਜ ਦੱਸ ਰਿਹਾ, ਨਵੇਂ ਆਏ ਹੋ, ਅੱਜ ਤੋਂ ਹੀ ਇਹ ਕੰਮ ਸ਼ੁਰੂ ਕਰ ਦਿਓ। ਤੇ ਉਹਦੇ ਵਾਸਤੇ ਫਿਰ ਮੈਂ ਕੀ ਕੀਤਾ, ਜਦੋਂ ਬੈਂਕ ਮੈਨੂੰ 3 ਦਫਾ ਬੈਂਕ ਨੇ ਰਿਫਿਊਜ਼ ਕਰਤਾ, ਫਿਰ ਮੈਂ ਗਿਆ ਮੋਰਗੇਜ ਕੰਪਨੀ ਕੋਲ। ਹੁਣ ਮੋਰਗੇਜ ਕੰਪਨੀ ਦਾ ਵੀ ਮੈਨੂੰ ਕਿਸੇ ਨੇ ਆਈਡੀਆ ਦਿੱਤਾ, ਯਾਰ ਤੂੰ ਮੋਰਗੇਜ ਕੰਪਨੀ ਕੋਲ ਜਾ। ਮੋਰਗੇਜ ਕੰਪਨੀ ਦਾ ਕੀ ਸਿਸਟਮ ਹੈ ਕਿ ਉਹ ਸਿਰਫ ਮੋਰਗੇਜ ਦਿੰਦੀ ਹੈ। ਬੈਂਕ ਜਿਹੜਾ ਹੋਰ ਵੀ ਬੜੇ ਕੰਮ ਕਰਦਾ ਹੈ, ਉਹਨੂੰ ਮੋਰਗੇਜ ਨਾਲ ਉਹ ਫੁੱਲੀ ਇੰਟਰਸਟ ਨਹੀਂ ਹੁੰਦੀ। ਇੰਟਰਸਟ ਤੇ ਹੁੰਦੀ ਹੈ ਲੇਕਿਨ ਫੁੱਲੀ ਨਹੀਂ ਹੁੰਦੀ। ਮੋਰਗੇਜ ਕੰਪਨੀ ਕੋਲ ਤੇ ਹੋਰ ਕੰਮ ਹੀ ਕੋਈ ਨਹੀਂ ਗਾ। ਉਹਦਾ ਕੰਮ ਹੈ ਪੈਸੇ ਦੇਣਾ ਤੇ ਲੋਕਾਂ ਤਾਂ ਕਿ ਲੋਕੀ ਮਕਾਨ ਲੈ ਸਕਣ। ਇਸ ਵਾਸਤੇ ਥੋੜੇ ਨਰਮ ਹੁੰਦੇ ਨੇ। ਉਹ ਚਾਹੁੰਦੇ ਨੇ ਕਿ ਲੋਕ ਆਣ ਔਰ ਆ ਕੇ ਸਾਡੇ ਕੋਲ ਪੈਸੇ ਲੈਣ ਔਰ ਮਕਾਨ ਖਰੀਦਣ। ਤੇ ਤੁਸੀਂ ਮੋਰਗੇਜ ਕੰਪਨੀ ਕੋਲ ਜਾਣਾ। ਹੁਣ ਮੋਰਗੇਜ ਕੰਪਨੀ ਕਿਹੜੀ ਸਿਲੈਕਟ ਕਰੀਏ? ਬੇਤਾਸ਼ਾ ਮੋਰਗੇਜ ਕੰਪਨੀਆਂ ਨੇ। ਮੈਂ ਇੱਕ ਸਟੈਪ ਹੋਰ ਅੱਗੇ ਚਲਾ ਗਿਆ। ਮੈਂ ਮੋਰਗੇਜ ਏਜੰਟ, ਮੋਰਗੇਜ ਬ੍ਰੋਕਰ ਹਾਇਰ ਕਰ ਲਿਆ। ਉਹ ਥੋੜੀ ਜਿਹੀ ਕਮਿਸ਼ਨ ਤੁਹਾਡੇ ਕੋਲ ਲਏਗਾ। ਮੇਰੇ ਕੋਲ ਤਾਂ ਉਹਨੇ ਲਈ ਨਹੀਂ ਸੀ, ਉਹਨੇ ਦੂਜੇ ਪਾਸੇ ਜ਼ਿਆਦਾ ਲੈ ਲਈ। ਤੇ ਇਸ ਵਾਸਤੇ ਉਹ ਬੜਾ ਬਿਹਤਰੀਨ ਸਿਸਟਮ ਹੋ ਗਿਆ। ਉਹ ਮੋਰਗੇਜ ਬ੍ਰੋਕਰ ਤੁਹਾਨੂੰ ਪੂਰੀ ਇੱਕ ਲਿਸਟ ਬਣਾ ਕੇ ਦੇਗਾ, ਇਹ ਹੈਗੇ ਨੇ। ਜਾਂ ਫਿਰ ਤੁਸੀਂ ਉਹਨੂੰ ਕਹੋਗੇ ਯਾਰ ਮੈਨੂੰ ਲਿਸਟ ਨਹੀਂ ਚਾਹੀਦੀ, ਮੈਨੂੰ ਫਿੱਟ ਕਰਕੇ ਮੈਂ ਕਿਹਦੇ 'ਚ ਫਿੱਟ ਹੋਣਾ ਔਰ ਮੈਨੂੰ ਅੱਛਾ ਇੰਟਰਸਟ ਰੇਟ ਕਿਹਦੇ ਕੋਲ ਮਿਲਦਾ। ਫਿਰ ਉਹ ਤੁਹਾਨੂੰ ਦੱਸੇਗਾ 4 ਹੈਗੀਆਂ ਹੀ, ਤੂੰ ਇਹਦੇ 'ਚ ਵੀ ਫਿੱਟ ਹੋ ਰਿਹਾ, ਇਹ ਤੈਨੂੰ ਦੇਣ ਨੂੰ ਤਿਆਰ ਨੇ, ਇਹ ਇੰਟਰਸਟ ਰੇਟ ਹੀ, ਇਹ ਕੰਪਨੀ ਅੱਛੀ ਹੈ, ਫਲਾਣਾ। ਉਹਦੇ 'ਤੇ ਫਿਰ ਤੁਸੀਂ ਫੈਸਲਾ ਕਰ ਲੈਂਦੇ ਹੋ। ਅਤੇ ਮੈਂ ਮਸ਼ਵਰਾ ਦਿਆਂਗਾ, ਅਗਰ ਤੁਹਾਡਾ ਕ੍ਰੈਡਿਟ, ਜਾਂ ਤੁਸੀਂ ਸੈਲਫ ਇੰਪਲਾਇਡ ਹੋ, ਜਾਂ ਤੁਹਾਡਾ ਕ੍ਰੈਡਿਟ ਕੋਈ ਇੰਨਾ ਅੱਛਾ ਨਹੀਂ ਗਾ, ਲੇਕਿਨ ਤੁਸੀਂ ਸਮਝਦੇ ਹੋ ਕਿ ਯਾਰ ਮੈਨੂੰ ਮਕਾਨ ਖਰੀਦਣਾ ਚਾਹੀਦਾ ਹੈ ਔਰ ਬੈਂਕ ਤੁਹਾਨੂੰ ਰਿਫਿਊਜ਼ ਕਰ ਚੁੱਕਿਆ ਜਾਂ ਤੁਹਾਨੂੰ ਲੱਗਦਾ ਕਰੇਗਾ, ਤੇ ਫਿਰ ਤੁਸੀਂ ਮੋਰਗੇਜ ਬ੍ਰੋਕਰ ਵੀ ਹਾਇਰ ਕਰ ਸਕਦੇ ਹੋ। ਡਾਇਰੈਕਟ ਮੋਰਗੇਜ ਕੰਪਨੀ ਕੋਲ ਵੀ ਜਾ ਸਕਦੇ ਹੋ। ਮੈਂ ਜ਼ਿੰਦਗੀ ਜ਼ਰਾ ਥੋੜ੍ਹੀ ਹੋਰ ਆਸਾਨ ਕਰ ਲਈ ਸੀ, ਕਿਉਂਕਿ ਟਾਈਮ ਦਾ ਵੀ ਤਾਂ ਮਸਲਾ ਹੁੰਦਾ ਨਾ। ਇਹ ਜਨਾਬੇ ਵਾਲਾ ਤੁਹਾਡਾ ਹੁਣ ਤੁਸੀਂ ਮੋਰਗੇਜ ਕੰਪਨੀ ਕੋਲੋਂ ਜਾਂ ਬੈਂਕ ਕੋਲੋਂ ਲੋਨ ਅਪਰੂਵ ਕਰਾ ਲਿਆ, ਪੈਸਾ ਹੁਣ ਤੁਹਾਡੇ ਜੇਬ 'ਚ ਆ ਗਿਆ। ਹੁਣ ਲੋਨ ਦੀਆਂ ਵੀ 2 ਕਿਸਮਾਂ ਨੇ, ਇੱਕ ਕਨਵੈਨਸ਼ਨਲ ਲੋਨ ਹੈ, ਇੱਕ FHA ਲੋਨ ਹੈ। FHA ਲੋਨ ਹੁੰਦਾ ਹੈ ਜਿਹੜਾ ਗੌਰਮੈਂਟ ਬੈਕ ਹੁੰਦਾ, ਯਾਨੀ ਗੌਰਮੈਂਟ ਉਹਨੂੰ ਸਪੋਰਟ ਕਰ ਰਹੀ ਹੁੰਦੀ, ਗੌਰਮੈਂਟ ਉਹਦੇ 'ਚ ਕੁਛ ਹੈਲਪ ਕਰ ਰਹੀ ਹੁੰਦੀ ਹੈ। ਉਹਦੇ ਵਿੱਚ ਕੀ ਹੈ ਕਿ ਉਹ ਨਵੇਂ ਇਮੀਗ੍ਰੈਂਟਸ, ਨਵੇਂ ਬੰਦੇ, ਗਰੀਬ ਬੰਦੇ, ਜਿਨ੍ਹਾਂ ਦਾ ਥੋੜ੍ਹਾ ਡੈਮੇਜ ਕ੍ਰੈਡਿਟ ਹੈਗਾ, ਉਹਨਾਂ ਵਾਸਤੇ ਉਹ ਬੜਾ ਬੈਸਟ ਹੈਗਾ। ਔਰ ਉਹਦੀ ਸਭ ਤੋਂ ਵੱਡਾ ਇੱਕ ਹੋਰ ਬੜਾ ਫਾਇਦਾ ਹੁੰਦਾ ਕਿ 3% ਜਾਂ 3.5% ਐਡਵਾਂਸ ਦੇਣਾ ਹੁੰਦਾ। ਜਿਹੜਾ ਕਨਵੈਨਸ਼ਨਲ ਹੈ ਨਾ, ਉਹਦੇ 'ਚ 20% ਐਡਵਾਂਸ ਦੇਣਾ ਹੁੰਦਾ। ਲੇਕਿਨ ਕਨਵੈਨਸ਼ਨਲ ਦੇ ਹੋਰ ਬਹੁਤ ਫਾਇਦੇ ਨੇ। ਅਸਲ ਜਿਹੜਾ ਫਾਇਦੇ ਵਾਲਾ, ਮਜ਼ੇ ਵਾਲਾ, ਬਿਹਤਰ ਹੈ, ਉਹ ਹੈਗਾ ਕਨਵੈਨਸ਼ਨਲ। ਲੇਕਿਨ ਉਹਦੇ ਵਾਸਤੇ ਜ਼ਾਹਿਰ ਤੁਹਾਡੇ ਕੋਲੋਂ ਇੱਕ ਤਾਂ ਤੁਹਾਡਾ ਬਹੁਤ ਅੱਛਾ ਕ੍ਰੈਡਿਟ ਹੋਵੇ, ਉਹਦੇ 'ਚ ਕ੍ਰੈਡਿਟ ਬਹੁਤ ਮਾਇਨੇ ਰੱਖਦਾ ਹੈ, ਕ੍ਰੈਡਿਟ ਦੀ ਏਜ ਬਹੁਤ ਅੱਛੀ ਹੋਵੇ, 20% ਕੈਸ਼ ਤੁਹਾਡੀ ਜੇਬ 'ਚ ਹੋਵੇ। ਤੇ ਨਵਾਂ ਬੰਦਾ ਜਿਹੜਾ ਉਹਦੇ ਵਾਸਤੇ ਸਾਡੇ ਕੰਮ ਮੁਸ਼ਕਲ ਹੁੰਦੇ ਨੇ, ਉਹ ਫਿਰ ਬਿਹਤਰ ਹੈ ਕਿ FHA ਜਾਵੇ। ਹਾਂ, ਨੁਕਸਾਨ ਕੀ ਹੁੰਦਾ ਕਿ ਜਦੋਂ ਤੁਸੀਂ ਮਕਾਨ ਖਰੀਦਣ ਜਾਂਦੇ ਹੋ, ਜਿਹੜਾ ਸੈਲਰ ਹੈ ਨਾ, ਉਹ ਕਨਵੈਨਸ਼ਨਲ ਵਾਲੇ ਨੂੰ ਪਹਿਲੇ ਤੋਂ ਕੈਸ਼ ਵਾਲੇ ਨੂੰ ਦਿੰਦਾ ਪ੍ਰਾਇੋਰਟੀ, ਦੂਜੇ ਨੰਬਰ ਤੇ ਕਨਵੈਨਸ਼ਨਲ, ਤੀਜੇ ਤੇ FHA ਨੂੰ ਦਿੰਦਾ। ਮਕਾਨ ਮਿਲ ਜਾਂਦਾ, ਐਸੀ ਗੱਲ ਕੋਈ ਨਹੀਂ ਗੀ। ਲੇਕਿਨ ਤੁਸੀਂ ਕਨਵੈਨਸ਼ਨਲ ਨਾਲ ਨਵਾਂ ਬੰਦਾ ਨਾ ਹੀ ਜਾਵੇ ਤੇ ਬਿਹਤਰ ਹੈ। ਉਹਨੂੰ ਜਾਣ ਵੀ ਨਹੀਂ ਦੇਣਾ ਉਹਨਾਂ ਨੇ, ਇਹ ਵੀ ਮੈਂ ਤੁਹਾਨੂੰ ਪਹਿਲਾਂ ਦੱਸ, ਉਹਨੂੰ FHA ਹੀ ਆਫਰ ਹੋਣੀ ਹੈ ਨਵੇਂ ਬੰਦੇ ਨੂੰ। ਹਾਂ, ਜਿਹੜਾ ਨਵਾਂ ਬੰਦਾ ਲੇਕਿਨ ਬਹੁਤ ਸਟੇਬਲ ਹੈ, ਅੱਛੀ ਜੌਬ, ਅੱਛੀ ਇਨਕਮ ਹੈ, ਉਹ ਕਨਵੈਨਸ਼ਨਲ ਨਾਲ ਹੀ ਜਾਏਗਾ। ਤੇ ਇਹ 2 ਵੀ ਫਰਕ ਹੈਗੇ ਜੀ। ਅੱਗੇ ਆ ਗਿਆ ਹੁਣ ਜਨਾਬ, ਸਾਰਾ ਪੈਸਾ ਹੋ ਗਿਆ, ਸਭ ਕੁਝ ਹੋ ਗਿਆ। ਹੁਣ ਤੀਸਰੀ ਇੰਪੋਰਟੈਂਟ ਚੀਜ਼ ਆ ਗਈ, ਹੁਣ ਮਕਾਨ ਲੱਭਣਾ ਵੀ ਤਾਂ ਹੈਗਾ ਨਾ। ਹੁਣ ਮਕਾਨ ਲੱਭਣ ਵਾਸਤੇ ਆ ਜਾਂਦਾ ਰੀਅਲ ਸਟੇਟ ਏਜੰਟ। ਹੁਣ ਆ ਗਈ ਅਸਲ ਗੇਮ ਸ਼ੁਰੂ ਹੋ ਜਾਣੀ। ਯਾਦ ਰੱਖੋ, ਇੱਕ ਦਿਨ ਦੇ ਵਿੱਚ ਕੰਮ ਨਹੀਂ ਹੋਣਾ, ਇਹਦੇ 'ਚ ਮਹੀਨੇ ਲੱਗਦੇ ਨੇ ਮਕਾਨ ਲੱਭਣ 'ਚ। ਅਗਰ ਤੁਸੀਂ ਨਵਾਂ ਮਕਾਨ ਬਣਵਾ ਰਹੇ ਹੋ, ਫਿਰ ਤਾਂ ਮਸਲਾ ਹੀ ਕੋਈ ਨਹੀਂ। ਫਿਰ ਤਾਂ ਤੁਸੀਂ ਉਸ ਸਬ ਡਿਵੀਜ਼ਨ 'ਚ ਜਾਣਾ ਜਿੱਥੇ ਨਵੇਂ ਮਕਾਨ ਬਣ ਰਹੇ ਨੇ, ਉਹਨਾਂ ਨਾਲ ਜਾ ਕੇ ਗੱਲ ਕਰਨੀ ਹੈ, ਜੋ ਵੀ ਤੁਹਾਡੀ ਸੈਟਿੰਗ ਹੁੰਦੀ ਹੈ, ਨਵਾਂ ਮਕਾਨ ਬਣਨਾ ਸ਼ੁਰੂ ਹੋ ਜਾਣਾ। 6 ਮਹੀਨੇ ਤੋਂ ਸਾਲ ਤੱਕ ਤੁਹਾਨੂੰ ਉਹਨਾਂ ਨੇ ਦੇ ਦੇਣਾ, ਬਸ ਗੱਲ ਖਤਮ। ਬਿਹਤਰੀਨ ਜਾਂ ਮਕਾਨ ਬਣਾ ਕੇ ਉਹਨਾਂ ਨੇ ਰੱਖੇ ਨੇ ਤੇ ਉਹ ਤੁਹਾਨੂੰ ਉਹ ਸੇਲ ਕਰ ਦੇਣਗੇ। ਡਿਪੈਂਡ ਕਰਦਾ ਨਵੇਂ ਮਕਾਨ 'ਤੇ। ਹੁਣ ਕਿਉਂਕਿ ਇਹ ਤੇ ਬਹੁਤ ਥੋੜ੍ਹੇ ਹੁੰਦੇ ਨੇ। ਅਸਲ 'ਤੇ ਹੁੰਦਾ ਕਿ ਕੋਈ ਮਕਾਨ ਰੀਸੇਲ ਵਾਲਾ ਮਕਾਨ ਹੁੰਦਾ, ਤੁਸੀਂ ਉੱਥੇ ਜਾਂਦੇ ਹੋ, ਆਲਰੇਡੀ ਕੋਈ ਰਹਿ ਰਿਹਾ ਜਾਂ ਜੋ ਵੀ ਮਸਲਾ ਹੈ, ਜਾਂ ਇਨਵੈਸਟਰ ਕੋਲੋਂ ਖਰੀਦ ਰਹੇ ਹੋ।
ਹੁਣ ਰੀਅਲ ਸਟੇਟ ਏਜੰਟ ਆ ਗਿਆ ਜੀ। ਹੁਣ ਇਹ ਬੜਾ ਟ੍ਰਿਕੀ ਕੰਮ ਹੈ। ਦੇਖੋ ਪਹਿਲੀ ਗੱਲ ਯਾਦ ਰੱਖੋ, ਉਹਦੇ ਨਾਲ ਕੋਈ ਲੰਬਾ ਕੰਟਰੈਕਟ ਸਾਈਨ ਨਹੀਂ ਕਰਨਾ ਕਿ ਅਸੀਂ ਤੇਰੇ ਥਰੂ ਹੀ ਮਕਾਨ ਖਰੀਦਣਾ। ਪਹਿਲੇ ਤਾਂ ਕੋਸ਼ਿਸ਼ ਕਰਨੀ ਕਿ ਕਰੋ ਹੀ ਨਾ। ਅਗਰ ਉਹ ਕਹਿੰਦਾ ਨਹੀਂ ਜੀ ਅਸੀਂ ਕੰਟਰੈਕਟ ਸਾਈਨ ਕਰਨ ਤੋਂ ਬਗੈਰ ਨਹੀਂ ਚੱਲਦੇ, ਉਹ ਕਹਿੰਦਾ ਫਿਰ 1 ਮਹੀਨੇ ਦਾ ਕਰਾਂਗੇ। 1 ਮਹੀਨੇ ਦੇ ਵਿੱਚ ਤੂੰ ਸਾਨੂੰ ਮਕਾਨ ਲੱਭ ਕੇ ਦੇ। ਉਹ ਕਹਿੰਦਾ ਨਹੀਂ ਮੈਂ 3 ਮਹੀਨੇ ਦਾ ਕਰਨਾ ਹੈ ਜਾਂ ਇਸ ਤਰ੍ਹਾਂ ਕਰਨਾ ਹੈ। ਮਜਬੂਰੀ ਦੇ ਤਹਿਤ ਦੇਖ ਲਓ, ਲੇਕਿਨ ਮੌਕੇ 'ਤੇ ਫੈਸਲਾ ਕਰੋ। ਬਿਹਤਰ ਇਹ ਹੀ ਹੁੰਦਾ ਕਿ ਉਹਨਾਂ ਦੇ ਅੰਡਰ ਨਾ ਲੱਗੋ ਤੁਸੀਂ, ਨਹੀਂ ਤਾਂ ਫਿਰ ਉਹ ਤੁਸੀਂ ਉਹਨਾਂ ਦੇ ਪਾਬੰਦ ਹੋ ਜਾਂਦੇ ਹੋ। ਉਹ ਉਹੀ ਤੁਹਾਨੂੰ 2-4 ਮਕਾਨ ਦਿਖਾਉਂਦਾ, ਉਹ ਤੁਹਾਨੂੰ ਪਸੰਦ ਨਹੀਂ ਆਉਂਦੇ, ਉਹ ਕਹਿੰਦੇ ਮੇਰੇ ਕੋਲ ਤਾਂ ਫਿਰ ਇਹੋ ਹੀ ਹੈਗੇ ਨੇ। ਇਹ ਫਿਰ ਕੰਮ ਗੜਬੜ ਹੋ ਜਾਂਦਾ। ਦੂਸਰੀ ਗੱਲ, ਉਹਨਾਂ ਦੇ ਬਲੈਕਮੇਲ 'ਚ ਨਹੀਂ ਆਉਣਾ। ਬਲੈਕਮੇਲ 'ਚ ਉਹਦੇ ਤੁਸੀਂ ਕਿਉਂ ਆਉਂਦੇ ਹੋ? ਜੋ ਬੋਬੀ ਨੇ ਗਲਤੀ ਕੀਤੀ, ਆਪਣਾ ਰਾਜ਼ ਦੇ ਦਿੰਦੇ ਹੋ। ਉਹ ਯਾਰ ਮੇਰੀ ਤਾਂ ਮੋਰਗੇਜ ਖਤਮ ਹੋਣ ਵਾਲੀ ਯਾਰ, ਓਏ ਹੋਏ ਮੇਰਾ ਕੀ, ਉਹ ਮੇਰੀ ਲੀਜ਼ ਅਪਾਰਟਮੈਂਟ 'ਚੋਂ ਮੈਂ ਹੁਣ ਕੀ ਕਰਾਂਗਾ, ਮੈਂ ਕਿੱਥੇ ਜਾਵਾਂਗਾ, ਮੈਂ ਕਿੱਥੇ ਰਵਾਂਗਾ। ਉਹਦਾ ਪਹਿਲੇ ਤੁਹਾਨੂੰ ਹੱਲ ਦੱਸਦਾ, ਅਗਰ ਤੁਹਾਡੀ ਲੀਜ਼ ਖਤਮ ਹੋ ਰਹੀ ਹੈ ਉਹਨੂੰ ਮੰਥ ਟੂ ਮੰਥ ਸ਼ੁਰੂ ਕਰ ਦਿਓ। ਮੈਂ ਵੀ ਮੰਥ ਟੂ ਮੰਥ ਸ਼ੁਰੂ ਕਰਦੀ, $100-200 ਜ਼ਿਆਦਾ ਹੋਏਗਾ, ਲੇਕਿਨ ਤੁਸੀਂ ਜ਼ਹਿਨੀ ਤੌਰ 'ਤੇ ਟੈਨਸ਼ਨ ਫਰੀ ਹੋ ਜਾਓਗੇ ਕਿ ਯਾਰ ਕੋਈ ਗੱਲ ਨਹੀਂ, ਜਦੋਂ ਮਕਾਨ ਮਿਲੇਗਾ ਮੈਂ ਚਲਾ ਜਾਵਾਂਗਾ, ਫਿਕਰ ਕੋਈ ਨਹੀਂ ਹੈਗੀ। ਇਹ ਗੱਲ ਉਹਨਾਂ ਨੂੰ ਨਹੀਂ ਦੱਸਣੀ। ਇਹ ਨਹੀਂ ਦੱਸਣਾ ਮੇਰਾ ਕ੍ਰੈਡਿਟ ਬੜਾ ਖਰਾਬ ਸੀ, ਬੜੀ ਮੁਸ਼ਕਿਲ ਮੇਰਾ ਕ੍ਰੈਡਿਟ ਅਪਰੂਵ ਹੋਇਆ, ਮੋਰਗੇਜ ਕੰਪਨੀ ਕੋਲੋਂ ਕਰਵਾਇਆ। ਜਦੋਂ ਤੁਸੀਂ ਉਹਨਾਂ ਨੂੰ ਆਪਣੇ ਰਾਜ਼ ਦਿੰਦੇ ਹੋ, ਉਹ ਫਿਰ ਤੁਹਾਡੇ ਨਾਲ ਮਾਈਂਡ ਗੇਮ ਕਰਦੇ ਨੇ। ਉਹ ਕਹਿੰਦੇ ਬੋਬੀ ਇਹ ਘਰ ਹੀ 15 ਦੇ ਪਿੱਛੇ ਬੰਦੇ ਲੱਗੇ ਹੀ, ਤੇਰੇ ਕੋਲੋਂ 3 ਵਜੇ ਦਾ ਟਾਈਮ ਹੀ, ਤੂੰ ਇਹ ਲੈਣਾ ਹੀ ਲੈਣਾ। ਤੁਸੀਂ ਕਹਿੰਦੇ ਹੋ ਯਾਰ ਇਹ ਤਾਂ ਨਿਕਲ ਗਿਆ, ਮੈਂ ਕੀ ਕਰਾਂਗਾ, ਘਰਦਿਆਂ ਨੂੰ ਵੀ ਪਸੰਦ ਆ ਗਿਆ, ਬੜਾ ਮਸਲਾ ਹੈ। ਉਹ ਫਿਰ ਜਨਾਬੇ ਵਾਲਾ ਤੁਹਾਨੂੰ ਮਜਬੂਰਨ ਫਿਰ ਥੋੜ੍ਹਾ ਜਿਹਾ ਮਾਠਾ ਘਰ ਵੀ ਲੈਣਾ ਪੈ ਜਾਂਦਾ ਉਸ ਬਲੈਕਮੇਲਿੰਗ ਦੇ ਉੱਤੇ, ਕਿਉਂਕਿ ਉਹ ਤੁਹਾਡੇ ਸਿਰ ਤੇ ਚੜ ਜਾਂਦੇ, ਨਹੀਂ ਇਹ ਹੀ ਲੈ ਲੈ, ਨਹੀਂ ਤਾਂ ਫਿਰ ਮੇਰੇ ਕੋਲ ਕੁਛ ਨਹੀਂ ਹੈਗਾ ਯਾਰ, ਮੈਂ ਨਹੀਂ ਦਿਖਾ ਸਕਦਾ, ਕੁਛ ਨਹੀਂ ਹੈਗਾ। ਇਹ ਚੀਜ਼ਾਂ ਉਦੋਂ ਹੀ ਹੋਣੀਆਂ ਨੇ ਜਦੋਂ ਤੁਸੀਂ ਪੈਨਿਕ ਹੋਣਾ, ਜਦੋਂ ਤੁਸੀਂ ਆਪਣੇ ਰਾਜ਼ ਉਹਨੂੰ ਦੇਣੇ ਨੇ, ਇੱਥੋਂ ਬਚਣਾ। ਦੂਸਰੀ ਗੱਲ ਹੈਗੀ ਹੈ ਕਿ ਜਦੋਂ ਤੁਸੀਂ ਘਰ ਖਰੀਦ ਰਹੇ ਹੋ, ਏਜੰਟ ਜਿਹੜਾ, ਸਾਰੇ ਤੁਸੀਂ ਕੋਸ਼ਿਸ਼ ਕਰੋਗੇ ਕੋਈ ਅੱਛਾ ਏਜੰਟ ਮਿਲੇ, ਕਿਸੇ ਦੀ ਵਾਕਫੀਅਤ ਨਾ ਮਿਲੇ। ਲੇਕਿਨ ਜਿਹੜਾ ਅਸੀਂ ਦੇਸੀ ਲੋਕ, ਇੱਕ ਬੜਾ ਸਾਡਾ ਸਭ ਦੀ ਤਕਰੀਬਨ ਇਹੀ ਸਟਾਈਲ ਹੁੰਦਾ, ਅਸੀਂ ਇੱਕੋ ਹੀ ਹਾਂ ਸਾਰੇ ਨਾ, ਕਿ ਅਸੀਂ ਕੀ ਕਰਨੇ, ਅਸੀਂ ਲੁਕਾ ਕੇ ਕੰਮ ਕਰਨੇ। ਉਹ ਯਾਰ ਕਿਸੇ ਨੂੰ ਪਤਾ ਨਾ ਲੱਗੇ, ਕਿਸੇ ਯਾਰ ਦੋਸਤ ਨੂੰ, ਰਿਸ਼ਤੇਦਾਰ ਨੂੰ ਪਤਾ ਨਾ ਲੱਗੇ। ਇਹਦੇ ਵਿੱਚ ਨਾ ਥੋੜ੍ਹਾ ਜਿਹਾ ਗੜਬੜ ਹੈ। ਗੜਬੜ ਕਿਸ ਨਾਲ ਹੈ? ਇੱਕ ਤੁਹਾਡਾ ਦੋਸਤ ਰਿਸ਼ਤੇਦਾਰ ਜਿਹੜਾ ਅਮਰੀਕਾ ਪਹਿਲੇ ਤੋਂ ਰਹਿ ਰਿਹਾ ਔਰ ਆਪਣਾ ਘਰ ਹੈ ਉਹਦਾ, ਉਹਦੇ ਨਾਲ ਜ਼ਰੂਰ ਮਸ਼ਵਰਾ ਕਰੋ, ਉਹਨੂੰ ਘਰ ਦਿਖਾਓ ਜ਼ਰੂਰ। ਪਤਾ ਕਿਉਂ? ਉਹਨੂੰ ਤਜਰਬਾ ਹੈ। ਉਹ ਆਏਗਾ, ਇੱਕ ਤਾਂ ਤੁਹਾਡੇ ਇੰਸਪੈਕਸ਼ਨ ਵਾਲੇ ਨੇ ਆਉਣਾ, ਉਹਨੇ ਘਰ ਦੇਖਣਾ, ਸਭ ਕੁਛ ਹੋਣਾ। ਉਹ ਸਾਰੇ ਪ੍ਰੋਫੈਸ਼ਨਲ ਨੇ, ਉਹਨਾਂ ਤੁਹਾਨੂੰ ਪ੍ਰੋਫੈਸ਼ਨਲ ਚੀਜ਼ਾਂ ਦੱਸਣੀਆਂ ਨੇ। ਜਿਹੜਾ ਤੁਹਾਡਾ ਆਪਣਾ ਦੇਸੀ ਬੰਦਾ ਨਾ, ਉਹਨੇ ਤੁਹਾਨੂੰ ਦੇਸੀ ਹਿਸਾਬ ਨਾਲ ਦੱਸਣਾ ਹੈ। ਉਹ ਯਾਰ ਤੇਰੇ ਤੇ ਮਾਂ ਪਿਓ ਵੀ ਨਾਲ ਰਹਿਣੇ ਨੇ ਆ ਕੇ, ਤੇ ਇੱਥੇ ਤੇ ਬਾਥਰੂਮ ਹੀ ਇੱਕ ਹੈਗਾ, ਇੱਥੇ 1.5 ਬਾਥਰੂਮ ਹੈ, ਤੂੰ ਕੀ ਕਰੇਗਾ? ਉਹ ਤੁਹਾਨੂੰ ਇਹੋ ਜਿਹੀਆਂ ਗੱਲਾਂ ਦੱਸੇਗਾ। ਉਹ ਯਾਰ ਲਿਵਿੰਗ ਰੂਮ ਦੇਖ ਕਿੰਨਾ ਛੋਟਾ, 6 ਤੁਸੀਂ ਜੀਓ ਤੇ ਆਪਣਾ ਲਿਵਿੰਗ ਰੂਮ ਦੇਖ ਕਿੰਨਾ ਛੋਟਾ, ਕਮਰੇ ਬੜੇ ਛੋਟੇ ਨੇ ਯਾਰ, ਤੈਨੂੰ ਇੱਕ ਹੋਰ ਕਮਰਾ ਚਾਹੀਦਾ। ਉਹ ਤੁਹਾਨੂੰ ਇਹ ਗੱਲਾਂ ਦੱਸੇਗਾ। ਤੁਹਾਨੂੰ ਵੀ ਪਤਾ ਹੋਣਗੀਆਂ, ਲੇਕਿਨ ਤੁਹਾਨੂੰ ਇਸ ਹਿਸਾਬ ਨਾਲ ਨਹੀਂ ਪਤਾ ਹੋਣਗੀਆਂ, ਕਿਉਂਕਿ ਤੁਸੀਂ ਤਾਂ ਏਜੰਟ ਦੇ ਥਰੂ ਚੱਲ ਰਹੇ ਹੋ, ਇੰਸਪੈਕਸ਼ਨ ਵਾਲਾ ਵੀ ਸਭ। ਉਹਨੂੰ ਫਿਰ ਤੁਸੀਂ ਛੱਤ ਦਿਖਾਓ, ਜਿਹੜਾ ਪੁਰਾਣਾ ਬੰਦਾ ਹੈ, ਜਿਹਦੇ ਕੋਲ ਕੋਈ 8-10-15 ਸਾਲ ਤੋਂ ਮਕਾਨ ਹੈ, ਉਹਨੂੰ ਸਭ ਪਤਾ ਹੈ, ਕਿਉਂਕਿ ਉਹ ਸਾਰੇ ਕੰਮ ਘਰ 'ਚ ਕਰਾਉਂਦਾ ਹੈ। ਉਹਨੂੰ ਆਪਣੀ ਖਿੜਕੀਆਂ ਦਿਖਾਓ, ਯਾਰ ਖਿੜਕੀਆਂ ਦੇਖ, ਫਿਰ ਅਪਲਾਇੰਸਿਸ ਦੇਖ, ਫਰਸ਼ ਦੇਖ, ਬਾਥਰੂਮ ਦੇਖ। ਇੱਕ ਇੰਸਪੈਕਸ਼ਨ ਵਾਲਾ ਤਾਂ ਦੇਖ ਰਿਹਾ, ਲੇਕਿਨ ਇਹ ਜਿਹੜੀ ਇੰਸਪੈਕਸ਼ਨ ਹੈ ਨਾ, ਇਹ ਤੁਹਾਡੇ ਬੜੇ ਫਾਇਦੇ ਦੀ ਹੋਏਗੀ ਜੀ। ਇਸ ਵਾਸਤੇ ਲੁਕਾਓ ਨਾ, ਉਹਨੂੰ ਦਿਖਾਓ, ਉਹ ਤੁਹਾਨੂੰ ਫਾਇਦਾ ਦੇਗਾ। ਹੁਣ ਜਨਾਬੇ ਵਾਲਾ ਤੁਹਾਡਾ ਸਾਰਾ ਕੰਮ ਸਿੱਧਾ ਹੋ ਗਿਆ, ਪੈਸੇ ਵੀ ਆ ਗਏ ਨੇ, ਮਕਾਨ ਤੁਸੀਂ ਪਸੰਦ ਕਰ ਲਿਆ, ਬਲੈਕਮੇਲ ਤੁਸੀਂ ਹੋਏ ਨਹੀਂ, ਉਹ ਤੁਸੀਂ ਸਾਈਨ ਕਰੋਗੇ। ਹੁਣ ਇਹਦੇ 'ਚ ਵੀ ਇੱਕ ਬੜੀ ਇੰਪੋਰਟੈਂਟ ਗੱਲ ਦੱਸ ਦੇਵਾਂ, ਸਾਰਾ ਕੁਝ ਹੋ ਗਿਆ, ਹੁਣ ਤੁਸੀਂ ਕੋਈ ਯਾਰ ਖਰਚਾ ਖਤਮ ਹੋ ਗਿਆ, ਹੁਣ ਤਾਂ ਖਰਚਾ ਹੀ ਕੋਈ ਨਹੀਂ ਹੁੰਦਾ, ਬਸ ਅਸੀਂ ਮੂਵ ਹੋਣਾ ਨਾ, ਉਹੀ ਤਾਂ ਮਸਲਾ ਬਣਦਾ। ਫਿਰ ਖਰਚਾ ਸ਼ੁਰੂ ਹੁੰਦਾ, ਇਹ ਘਾਹ ਨਹੀਂ ਸਹੀ, ਘਾਹ ਲਵਾਉਣਾ, ਘਾਹ ਮਸ਼ੀਨ ਖਰੀਦਣੀ, ਬਰਫ ਵਾਲੀ ਮਸ਼ੀਨ ਖਰੀਦਣੀ, ਫਲਾਣਾ ਕਰਨਾ। ਫਿਰ ਤੁਸੀਂ ਕ੍ਰੈਡਿਟ ਕਾਰਡ ਯੂਜ਼ ਕਰਨੇ ਸ਼ੁਰੂ ਕਰ ਦਿੰਦੇ ਹੋ, ਫਿਰ ਤੁਸੀਂ ਹੋਰ ਕਰਜ਼ੇ ਥੱਲੇ ਦੱਬਦੇ ਹੋ। ਅਤੇ ਬਿਹਤਰ ਹੈ ਕਿ ਪਹਿਲੇ ਥੋੜ੍ਹਾ ਜਿਹਾ ਕੈਪੀਟਲ, ਥੋੜੀ ਰਕਮ ਜੇਬ 'ਚ ਹੋਣੀ ਚਾਹੀਦੀ ਹੈ। ਯਾਦ ਰੱਖੋ, ਮਕਾਨ ਖਰੀਦ ਕੇ ਖਰਚੇ ਖਤਮ ਨਹੀਂ ਹੋਣੇ, ਮਕਾਨ ਖਰੀਦ ਕੇ ਖਰਚੇ ਵਧਣੇ ਨੇ। ਅਪਾਰਟਮੈਂਟ 'ਚ ਖਰਚਾ ਬਹੁਤ ਥੋੜਾ ਜੇ, ਅਪਾਰਟਮੈਂਟ 'ਚ ਇਹਦੇ 'ਚ ਘਰ 'ਚ ਖਰਚਾ ਵੀ ਜ਼ਿਆਦਾ, ਬਿੱਲ ਵੀ ਜ਼ਿਆਦਾ ਨੇ, ਮਸਲੇ ਵੀ ਜ਼ਿਆਦਾ ਨੇ। ਘਰ ਖਰੀਦਣਾ ਜ਼ਾਹਿਰ ਹੈ ਬੜਾ ਅੱਛਾ ਹੈ, ਆਪਣਾ ਘਰ ਖਰੀਦੋ। ਔਰ ਇੱਕ ਬੜੀ ਇੰਪੋਰਟੈਂਟ ਗੱਲ ਦੱਸਦਾ, ਜਦੋਂ ਵੀ ਤੁਸੀਂ ਘਰ ਜਿਹੜਾ ਵੀ ਖਰੀਦ ਚੁੱਕਿਆ ਜਾਂ ਖਰੀਦ ਰਿਹਾ, ਪਹਿਲਾ ਜ਼ੇਨ ਇਹ ਰੱਖੋ ਕਿ ਯਾਰ ਮੈਂ ਆਪਣਾ ਪੇਟ ਕੱਟ ਕੇ ਤੇ ਮੈਂ ਇਹਨੂੰ ਪੇਡ ਆਫ ਕਰਨਾ। ਜਿੰਨੇ ਦੇ ਤੱਕ ਘਰ ਪੇਡ ਆਫ ਨਹੀਂ ਨਾ ਹੁੰਦਾ, ਉਹ ਤਲਵਾਰ ਵੀ ਲਟਕਦੀ ਰਹਿੰਦੀ ਹੈ, ਮਹੀਨੇ ਦੇ ਮੇਨ ਤੁਹਾਡੀ ਇਨਕਮ ਸਾਰੀ ਉੱਧਰ ਚਲੀ ਜਾਂਦੀ ਹੈ। ਔਰ ਤੁਸੀਂ ਤੁਸੀਂ ਕਿਰਾਏ ਤੇ ਹੀ ਹੈਗੇ ਇੱਕ ਕਿਸਮ ਦੇ, ਸਿਰਫ ਇਹ ਕਿ ਤੁਹਾਨੂੰ ਕੋਈ ਕੱਢਦਾ ਨਹੀਂ। ਤੇ ਇਹ ਕਰੋ, ਅਗਰ ਤੁਸੀਂ ਪੇਡ ਆਫ ਘਰ ਕਰ ਦਿੱਤਾ, ਓਹ ਫਿਰ ਤੁਸੀਂ ਬਾਦਸ਼ਾਹ ਹੋ। ਫਿਰ ਤੁਹਾਡੀ ਜੇਬ 'ਚ ਪੈਸੇ ਨੇ, ਚੱਕ ਕੇ ਤੁਹਾਡੀ ਜੇਬ 'ਚ, ਜਦੋਂ ਮਰਜ਼ੀ ਵੇਚੋ, ਦੂਜਾ ਲਵੋ, ਉਹ ਕਰੋ, ਕੋਈ ਬਿਜ਼ਨਸ ਕਰੋ, ਜੋ ਵੀ ਤੁਸੀਂ ਕਰਨਾ ਚਾਹੋ, ਪੇਡ ਆਫ ਜ਼ਰੂਰ ਕਰੋ ਘਰ ਨੂੰ, ਜਲਦ ਤੋਂ ਜਲਦ। ਪੇਡ ਆਫ ਕਿਸ ਨਾਲ ਹੁੰਦਾ? ਟੈਕਸ ਦੇ ਪੈਸੇ ਆਉਂਦੇ, ਉਹ ਜਮ੍ਹਾਂ ਕਰਾ ਦਿਓ। ਹੋਰ ਕੋਈ ਤੁਹਾਨੂੰ ਕਿਧਰੋਂ ਕਮੇਟੀ ਪਾ ਲਓ, ਐਕਸਟਰਾ ਕੰਮ ਕਰ ਰਹੇ ਹੋ, ਐਕਸਟਰਾ ਪੈਸੇ। ਹੁਣ ਤੁਹਾਡੀ ਅਗਰ ਮਿਸਾਲ ਤੌਰ ਕੇ ਮੋਰਗੇਜ 2000 ਹੈ, ਕਦੀ 2000 ਜਮ੍ਹਾਂ ਨਾ ਕਰਾਓ, 2500 ਕਰਾਓ, 2800 ਕਰਾਓ, ਕਿਧਰੋਂ ਪੈਸੇ ਆਉਂਦੇ ਨੇ ਐਕਸਟਰਾ ਹੋਰ ਛੱਡ ਦਿਓ। ਤੁਸੀਂ ਦੇਖਣਾ ਸਾਲਾਂ ਦੇ 30 ਸਾਲ ਅਗਰ ਜ਼ੇਨ 'ਚ ਰੱਖੋਗੇ ਨਾ, 30 ਸਾਲ ਮੈਂ ਪੈਸੇ ਦਿੰਦੇ ਰਹਿਣੇ ਨੇ, ਫਿਰ ਕੋਈ ਮਜ਼ਾ ਨਹੀਂ ਜ਼ਿੰਦਗੀ ਦਾ। ਟੈਨਸ਼ਨ ਸਾਰੀ ਵਾਰ ਵਕਤ ਤੁਹਾਡੀ ਸਭ ਤੋਂ ਵੱਡੀ ਡਿਪਰੈਸ਼ਨ ਇਹੀ ਹੋਣੀ, ਯਾਰ ਉਹ 2000 ਦੇਣਾ ਯਾਰ ਮਹੀਨੇ ਦਾ, 2000 ਤੇ ਉਹ ਦੇਣਾ, ਟੈਕਸ ਵੀ ਦੇਣਾ, ਬਿੱਲ ਵੀ ਦੇਣੇ ਨੇ, ਕਿੱਥੇ ਗੱਲ ਚਲੀ ਜਾਂਦੀ। ਕਈ ਵਾਰੀ ਨੌਕਰੀ ਖਤਮ ਹੋ ਜਾਂਦੀ, ਕਈ ਵਾਰੀ ਤੁਹਾਡੀ ਜਨਾਬ ਆਪਣਾ ਬਿਜ਼ਨਸ ਡਾਊਨ ਹੋ ਜਾਂਦਾ, ਤੇ ਇਹ ਬੜੀ ਪ੍ਰੋਬਲਮ ਆਉਂਦੀ। ਇਸ ਵਾਸਤੇ ਮੋਰਗੇਜ ਮਜਬੂਰੀ ਹੈ, ਮੋਰਗੇਜ ਕੋਈ ਅੱਛੀ ਚੀਜ਼ ਨਹੀਂ, ਮਜਬੂਰੀ ਹੈ। ਇੰਟਰਸਟ ਲੈਣਾ ਕੋਈ ਅੱਛੀ ਚੀਜ਼ ਨਹੀਂ, ਮਜਬੂਰੀ ਹੈ। ਲੇਕਿਨ ਇਸ ਨੀਅਤ ਨਾਲ ਲਵੋ ਕਿ ਇਹਨੂੰ ਖਤਮ ਕਰਨਾ, ਫਿਰ ਦੇਖੋ ਤੁਹਾਨੂੰ ਮਜ਼ਾ ਆਏਗਾ। ਚੈਨਲ ਨੂੰ ਪਲੀਜ਼ ਫਾਲੋ ਕਰ ਲੈਣਾ। ਥੈਂਕ ਯੂ ਸੋ ਮਚ।